ਹੈਲੋ एवरीवन। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਲਿਮਿਟ ਐਂਡ ਕੰਟੀਨਿਊਟੀ ਟੌਪਿਕ। ਦੇਖੋ, ਜਦੋਂ ਅਸੀਂ ਲਿਮਿਟ ਤੇ ਕੰਟੀਨਿਊਟੀ ਬਾਰੇ ਸੁਣਦੇ ਹਾਂ ਜਾਂ ਕੋਈ ਕਿਸੇ ਤੋਂ ਪੁੱਛਦੇ ਹਾਂ ਤਾਂ ਸਾਨੂੰ ਕਿਹਾ ਜਾਂਦਾ ਬਹੁਤ ਹੀ ਡਿਫਿਕਲਟ ਟੌਪਿਕ ਹੈ, ਬਹੁਤ ਹੀ ਔਖਾ ਹੋਏਗਾ ਇਹ ਸਮਝਣਾ ਸਾਡੇ ਲਈ। ਬਟ ਜੇ ਬੱਚੇ ਅਸੀਂ ਇਹਦੇ ਕੰਸੈਪਟ ਨੂੰ ਬਹੁਤ ਈਜ਼ੀ ਦੇ ਨਾਲ ਮਤਲਬ ਸਮਝੀਏ ਤਾਂ ਮੈਨੂੰ ਲੱਗਦਾ ਹੈ ਤੋਂ ਈਜ਼ੀ ਵੀ ਹੋਰ ਕੁਝ ਨਹੀਂ ਹੈ। ਦੇਖੋ, ਸਿੰਪਲ ਤੋਂ ਸਟਾਰਟ ਕਰਦੇ ਹਾਂ। ਅਸੀਂ ਡੈਫੀਨੇਸ਼ਨ 'ਚ ਨਹੀਂ ਪਵਾਂਗੇ ਕੀ ਹੁੰਦੀ ਆ, ਕੀ ਅਪਰੋਚ ਦਾ ਮਤਲਬ ਹੁੰਦਾ। ਅਸੀਂ ਪਹਿਲਾਂ ਸਿੰਪਲ ਕੰਸੈਪਟ ਦੇਖਦੇ ਹਾਂ। ਦੇਖੋ, ਤੁਸੀਂ ਇਹ ਮੋਸਟਲੀ ਦੇਖਿਆ ਹੋਏਗਾ ਐਫ ਆਫ ਐਕਸ ਦਾ ਸਿੰਬਲ। ਜੇਕਰ ਤੁਸੀਂ ਫੰਕਸ਼ਨ ਚੈਪਟਰ ਕਰ ਚੁੱਕੇ ਹੋ ਤਾਂ ਤੁਹਾਨੂੰ ਐਫ ਆਫ ਐਕਸ ਦਾ ਮੋਸਟਲੀ ਤੁਸੀਂ ਇਹਦੇ ਨਾਲ ਫੈਮਲੀਅਰ ਹੋਵੋਗੇ। ਐਫ ਐਕਸ ਦਾ ਮਤਲਬ ਕੀ ਹੁੰਦਾ? ਕੋਈ ਫੰਕਸ਼ਨ। ਫੰਕਸ਼ਨ ਦਾ ਮਤਲਬ ਕੋਈ ਵੈਲਿਊ ਦਿੱਤੀ ਹੁੰਦੀ ਹੈ ਬੱਚੇ, ਜਿਵੇਂ ਇਹ ਕਿਹਦੇ ਇਕੁਅਲ ਦਿੱਤਾ ਹੈ 3x² - 2 ਦੇ ਇਕੁਅਲ ਦਿੱਤਾ। ਇਹ ਕੀ ਹੋ ਗਿਆ? ਸਾਡਾ ਫੰਕਸ਼ਨ। ਇਹਦੇ ਵਿੱਚ ਜਿਹੇ ਜੀ ਅਸੀਂ ਐਕਸ ਦੀ ਵੈਲਿਊ ਪਾਇਆ ਕਰਾਂਗੇ ਸਾਨੂੰ ਉਹੇ ਜਿਹੇ ਦਾ ਆਨਸਰ ਮਿਲ ਜਾਂਦਾ। ਇਹ ਹੁੰਦਾ ਸਾਡੇ ਕੋਲ ਫੰਕਸ਼ਨ। ਹੁਣ ਕਹਾਂ ਕਿ ਇੱਥੇ ਬੱਚੇ ਥੋੜ੍ਹਾ ਚੇਂਜ ਕਰਤਾ ਕਿ ਐਫ ਆਫ 3 ਦੀ ਵੈਲਿਊ ਕੱਢ ਕੇ ਦਿਓ, ਐਫ ਆਫ 3 ਦੀ ਵੈਲਿਊ ਕੱਢ ਕੇ ਦਿਓ। ਇਸ ਦਾ ਮਤਲਬ ਕੀ ਹੋਏਗਾ ਕਿ ਤੁਸੀਂ ਨੇ ਜਿਹੜਾ ਉੱਪਰ ਫੰਕਸ਼ਨ ਦਿੱਤਾ ਹੋਇਆ ਉਹਦੇ ਵਿੱਚ ਐਕਸ ਦੀ ਥਾਂ 'ਤੇ ਹੁਣ ਕੀ ਪੁੱਟ ਕਰ ਦੇਣਾ? 3 ਪੁੱਟ ਕਰ ਦੇਣਾ। ਜਦੋਂ ਐਕਸ ਦੀ ਥਾਂ 'ਤੇ 3 ਪੁੱਟ ਕਰ ਦੋਗੇ ਜੋ ਵੈਲਿਊ ਹੋਊਗੀ ਉਹੀ ਸਾਡਾ ਆਨਸਰ ਹੋਏਗਾ। ਦੇਖੋ, ਐਕਸ ਦੀ ਥਾਂ 'ਤੇ 3 ਪੁੱਟ ਕੀਤਾ, ਕੀ ਬਣ ਜਾਏਗਾ? 3 × 3 ਦੀ ਪਾਵਰ 2 - 2। ਇਹ ਬਣੇਗਾ 3 ਦੀ ਪਾਵਰ 2 ਮਤਲਬ 3 ਨੂੰ 2 ਟਾਈਮ ਪ੍ਰੋਡਕਟ ਕਰਨੀ ਆ ਬੱਚੇ। 3 ਨੂੰ 2 ਟਾਈਮ ਪ੍ਰੋਡਕਟ ਕੀਤੀ, 3 3 ਦਾ 9, 9 3 ਦਾ 27। ਤਾਂ ਇਸਦਾ ਮਤਲਬ ਇਹ ਕਿੰਨਾ ਆ ਗਿਆ? 27 - 2। ਆਨਸਰ ਕਿੰਨਾ ਆ ਗਿਆ ਸਾਡੇ ਕੋਲ? 25। ਸੋ ਇਹ ਕੀ ਹੋ ਗਿਆ ਸਾਡਾ ਆਨਸਰ। ਬੱਚੇ ਸਿੰਪਲ ਅਸੀਂ ਕੀ ਕਰਦੇ ਹਾਂ, ਕਹਿੰਦੇ ਜੋ ਫੰਕਸ਼ਨ ਦਿੱਤਾ ਹੋਇਆ ਜੇ ਉਹਦੇ ਉੱਤੇ ਕਿਸੇ ਪੁਆਇੰਟ ਦੀ ਵੈਲਿਊ ਫਾਈਂਡ ਕਰਨ ਨੂੰ ਕਿਹਾ ਹੋਇਆ ਤਾਂ ਸਿੰਪਲੀ ਐਕਸ ਦੀ ਥਾਂ 'ਤੇ ਉਹ ਪੁਆਇੰਟ ਪੁੱਟ ਕਰ ਦਿੰਦੇ ਹਾਂ ਤਾਂ ਸਾਨੂੰ ਜੋ ਆਨਸਰ ਮਿਲਦਾ ਉਹੀ ਸਾਡਾ ਵੈਲਿਊ ਹੁੰਦੀ ਆ। ਅਤੇ ਇਸ ਵੈਲਿਊ ਨੂੰ ਅਸੀਂ ਕੀ ਬੋਲਦੇ ਹਾਂ? ਫੰਕਸ਼ਨ ਵੈਲਿਊ। ਫੰਕਸ਼ਨ ਵੈਲਿਊ। ਹੁਣ ਫੰਕਸ਼ਨ ਦੀ ਵੈਲਿਊ ਐਟ ਅ ਪੁਆਇੰਟ 3, ਜਿਵੇਂ ਹੁਣ ਕੋਈ ਵੀ ਫੰਕਸ਼ਨ ਸੀ ਉਹਦੀ ਐਟ ਅ ਪੁਆਇੰਟ 3। ਜੇ ਪੁਆਇੰਟ 2 ਦਿੱਤਾ ਹੁੰਦਾ ਤਾਂ ਐਟ ਅ ਪੁਆਇੰਟ 2, ਜੇ 4 ਦਿੱਤਾ ਹੁੰਦਾ ਐਟ ਅ ਪੁਆਇੰਟ 4। ਐਕਸ ਦੀ ਪਲੇਸ 'ਤੇ ਅਸੀਂ 4 ਪੁੱਟ ਕਰ ਦਿੰਦੇ। ਇਹ ਹੋ ਗਈ ਫੰਕਸ਼ਨ ਦੀ ਵੈਲਿਊ। ਹੁਣ ਜੇ ਅਸੀਂ ਇਹਨੂੰ ਲਿਮਿਟ ਦੇ ਨਾਲ ਬੱਚੇ ਅਸੀਂ ਡੀਲ ਕਰੀਏ, ਲਿਮਿਟ ਦੇ ਨਾਲ ਲਿੰਕ ਕਰੀਏ, ਫਿਰ ਕੀ ਮਤਲਬ ਆ? ਦੇਖੋ, ਹੁਣ ਲਿਖਣ ਦਾ ਤਰੀਕਾ ਸਿਰਫ ਬਦਲ ਜਾਏਗਾ। ਐਫ ਐਕਸ ਇਕੁਅਲ ਟੂ ਦਿੱਤਾ ਹੋਇਆ 3x² - 2 ਦੇ। ਬਸ ਤੁਹਾਨੂੰ ਹੁਣ ਥੋੜ੍ਹਾ ਚੇਂਜ ਕਰਕੇ ਉਹਨੇ ਨੋਟੇਸ਼ਨ ਬਦਲ ਕੇ ਪਾਤਾ। ਕਹਿੰਦੇ ਇਹਦੀ ਵੈਲਿਊ ਕੱਢੋ। ਲਿਮਿਟ ਐਕਸ ਅਪਰੋਚਿਸ ਟੂ 3 ਐਂਡ 3x² - 2। ਇਹਦੀ ਵੈਲਿਊ ਕੱਢ ਕੇ ਦਿਓ। ਤਾਂ ਤੁਸੀਂ ਕੀ ਕਰੋਗੇ? ਇੱਥੇ ਤਾਂ ਜੇ ਕਿਹੜਾ ਕੰਸੈਪਟ ਆ ਗਿਆ, ਲਿਮਿਟ ਕਿੱਥੋਂ ਆ ਗਿਆ, ਇਹਦਾ ਇਸ ਸਿੰਬਲ ਦਾ ਮਤਲਬ ਕੀ ਹੋਏਗਾ? ਇਹਦੇ ਵਿੱਚ ਨਹੀਂ ਅਸੀਂ ਉਲਝਣਾ। ਸਿੰਪਲ ਬੱਚੇ ਇਹ ਵੀ ਫੰਕਸ਼ਨ ਦੀ ਤਰ੍ਹਾਂ ਹੀ ਆ। ਬਸ ਕੀ ਕਹਿੰਦਾ ਜਿੱਥੇ ਐਕਸ ਆ ਉੱਥੇ ਕੀ ਪੁੱਟ ਕਰ ਦਿਓ? 3 ਪੁੱਟ ਕਰ ਦਿਓ। ਅਸੀਂ ਕੀ ਕਿਹਾ? ਕਹਿੰਦੇ ਇਸ ਫੰਕਸ਼ਨ ਦੇ ਵਿੱਚ ਐਕਸ ਦੀ ਥਾਂ 'ਤੇ ਕੀ ਪੁੱਟ ਕੀਤਾ? 3। ਆਨਸਰ ਕੀ ਆ ਗਿਆ? 3 ਦੀ ਪਾਵਰ 2 ਮਤਲਬ 9, 9 ਨੂੰ 3 ਨਾਲ ਪ੍ਰੋਡਕਟ ਕੀਤੀ 27, 27 - 2 ਕਿੰਨਾ ਆ ਗਿਆ? 25। ਦੇਖੋ, ਜੋ ਅਸੀਂ ਪਹਿਲਾਂ ਵੈਲਿਊ ਕੱਢੀ ਸੀ ਉਹ ਵੀ 25 ਸੀ, ਜੋ ਹੁਣ ਵੈਲਿਊ ਕੱਢੀ ਉਹ ਵੀ 25 ਆ। ਬਸ ਫਰਕ ਕੀ ਪੈ ਗਿਆ? ਉਹ ਸਾਡੇ ਕੋਲ ਫੰਕਸ਼ਨ ਵੈਲਿਊ ਸੀ, ਇਹ ਸਾਡੇ ਕੋਲ ਕੀ ਆ? ਲਿਮਿਟਿੰਗ ਵੈਲਿਊ। ਲਿਮਿਟਿੰਗ ਵੈਲਿਊ ਕਿਉਂ ਬੱਚੇ? ਕਿਉਂਕਿ ਇਹਦੇ ਮੂਹਰੇ ਨੋਟੇਸ਼ਨ ਕਾਹਦੀ ਪਾਈ ਹੋਈ ਆ? ਲਿਮਿਟ ਦੀ ਪਾਈ ਹੋਈ ਆ। ਲਿਮਿਟ ਐਕਸ ਅਪਰੋਚਿਸ ਟੂ 3 ਦੀ ਪਾਈ ਹੋਈ ਆ। ਦੇਖੋ, ਫਿਰ ਤੁਸੀਂ ਕਹੋਗੇ ਜੀ ਫੰਕਸ਼ਨ ਅਤੇ ਫਿਰ ਲਿਮਿਟ ਦੇ ਵਿੱਚ ਦੋ ਕੰਸੈਪਟ ਲਿਆਉਣ ਦੀ ਕੀ ਲੋੜ ਸੀਗੀ? ਸੇਮ ਹੀ ਚੀਜ਼ ਤਾਂ ਹੋਊਗੀ। ਉਹਦੇ ਵਿੱਚ ਵੀ ਅਸੀਂ ਐਕਸ ਦੀ ਥਾਂ 'ਤੇ ਹੀ ਪੁੱਟ ਕਰਨਾ ਸੀ, ਇਹਦੇ ਵਿੱਚ ਵੀ ਅਸੀਂ ਐਕਸ ਦੀ ਥਾਂ 'ਤੇ ਹੀ ਪੁੱਟ ਕਰਨਾ ਸੀਗਾ। ਫਿਰ ਲਿਮਿਟ ਪੜ੍ਹਨ ਦੀ ਕੀ ਲੋੜ ਪਈ? ਬੱਚੇ ਕੁਛ ਐਗਜ਼ਾਮਪਲ, ਜਿਵੇਂ ਮੈਂ ਤੁਹਾਨੂੰ ਹੁਣ ਐਗਜ਼ਾਮਪਲ ਚੇਂਜ ਕਰਕੇ ਦੇ ਰਹੀ ਹਾਂ ਤਾਂ ਤੁਸੀਂ ਉਹਦੇ ਵਿੱਚ ਦੇਖਿਓ ਉਹਦਾ ਆਨਸਰ ਕੀ ਆਏਗਾ ਸਾਡੇ ਕੋਲ। ਹਾਂਜੀ, ਮੈਂ ਕਹਾਂ ਬੱਚੇ ਫੰਕਸ਼ਨ ਤੁਹਾਨੂੰ ਦਿੱਤਾ ਹੋਇਆ x² - 2 ਅਪੋਨ x - 2। ਇੱਥੇ ਵੀ 2 ਦੀ ਪਾਵਰ 2। ਹੁਣ ਇਹਦਾ ਕਹਾਂ ਕਿ ਲਿਮਿਟ ਐਕਸ ਅਪਰੋਚਿਸ ਟੂ 2 ਫਾਈਂਡ ਕਰੋ। ਇੱਕ ਤਾਂ ਇਹ ਚੀਜ਼ ਸਿੰਪਲੀ ਇਹ ਕਹਿਦਾ ਕਿ ਇਹ ਫੰਕਸ਼ਨ ਆ ਤੁਹਾਡੇ ਕੋਲ x ਦੀ ਪਾਵਰ 2 x - 2। ਇਹਦਾ ਕਿ ਇਹ ਫੰਕਸ਼ਨ ਹੈ ਐਫ ਐਕਸ ਦਾ ਅਤੇ ਇਹਦੀ ਵੈਲਿਊ ਐਟ ਅ ਪੁਆਇੰਟ ਫਾਈਂਡ ਕਰੋ 2। ਦੇਖੋ, ਤੁਸੀਂ ਕਿਹਾ ਉੱਪਰ ਸੇਮ ਹੀ ਕੰਸੈਪਟ ਅਸੀਂ ਲਾਇਆ, ਜਿੱਥੇ ਐਕਸ ਆ ਉੱਥੇ ਕੀ ਪੁੱਟ ਕਰ ਦੇਣਾ? 2। ਜਦੋਂ ਇਹਦੇ ਵਿੱਚ ਬੱਚੇ ਐਕਸ ਦੀ ਥਾਂ 'ਤੇ 2 ਪੁੱਟ ਕਰੋਗੇ ਇਹ ਕੀ ਬਣ ਜਾਏਗਾ ਸਾਡੇ ਕੋਲ? ਨੀਚੇ ਲੈ ਸਿਰਫ ਡਿਨੋਮੀਨੇਟਰ 'ਤੇ ਪਹਿਲਾਂ ਫੋਕਸ ਕਰੋ। 2 - 2 ਕਿੰਨਾ ਹੋ ਗਿਆ? 0। ਜਦੋਂ ਵੀ ਸਾਡੇ ਕੋਲ ਕਿਸੇ ਫੰਕਸ਼ਨ ਦੇ ਡਿਨੋਮੀਨੇਟਰ ਦੇ ਵਿੱਚ 0 ਬਣ ਜਾਵੇ ਬੱਚੇ, ਨੀਚੇ ਵਾਲੀ ਟਰਮ ਦੇ ਵਿੱਚ 0 ਬਣ ਜਾਵੇ ਤਾਂ ਉਹ ਫੰਕਸ਼ਨ ਕੀ ਹੋ ਜਾਂਦਾ? ਅਨਡਿਫਾਈਨਡ ਹੋ ਜਾਂਦਾ। ਅਸੀਂ ਉਹਨੂੰ ਡਿਫਾਈਨ ਨਹੀਂ ਕਰ ਪਾਉਂਦੇ। ਉਹਦੀ ਵੈਲਿਊ ਨੂੰ ਸਾਨੂੰ ਪਤਾ ਨਹੀਂ ਹੁੰਦਾ ਕਿਹੜੀ ਵੈਲਿਊ ਆ ਰਹੀ ਹੈ, ਫਾਈਨਾਈਟ ਵੈਲਿਊ ਸਾਨੂੰ ਆਨਸਰ 'ਚ ਨਹੀਂ ਮਿਲਦੀ। ਬਟ ਜਿਹੜਾ ਲਿਮਿਟ ਆ ਬੱਚੇ, ਲਿਮਿਟ ਕੀ ਕਹਿੰਦਾ ਮੇਰੇ ਕੋਲ ਆਓ, ਜੇ ਉਹ ਤੁਹਾਨੂੰ ਆਨਸਰ ਨਹੀਂ ਮਿਲ ਰਿਹਾ, ਫੰਕਸ਼ਨ 'ਚੋਂ ਆਨਸਰ ਨਹੀਂ ਮਿਲ ਰਿਹਾ, ਮੈਂ ਉਹਨਾਂ ਦੇ ਆਨਸਰ ਤੁਹਾਨੂੰ ਪ੍ਰੋਵਾਈਡ ਕਰੂੰ। ਕਿਵੇਂ ਕਰੂੰ? ਮੈਂ ਆਪਣੀਆਂ ਕੁਛ ਅਪਰੋਚਿਸ ਦਊਂ, ਆਪਣੇ ਕੁਛ ਰੂਲ ਦਊਂ, ਆਪਣੇ
कुछ फॉर्मूले दूँ ਜਿਹਦੇ ਨਾਲ ਤੁਸੀਂ ਟਿਪੀਕਲ ਟੂ ਟਿਪੀਕਲ ਵੀ ਫਾਈਂਡ ਕਰ ਸਕਦੇ ਹੋ, ਉਹਨਾਂ ਨੂੰ ਵੀ ਫਾਈਂਡ ਕਰ ਸਕਦੇ ਹੋ ਜਿਹਦਾ ਆਨਸਰ ਕੀ ਹੋਊਗਾ ਇਨਫਾਈਨਾਈਟ ਆਉਂਦਾ ਹੋਏਗਾ ਫੰਕਸ਼ਨ ਦੇ ਸਿੱਧਾ ਯੂਜ਼ ਕਰੇ ਤੇ। ਸੋ ਬੱਚੇ ਜਿਵੇਂ ਹੁਣ ਇੱਥੇ ਲਿਮਿਟ ਦਾ ਕੰਸੈਪਟ ਆ, ਕਹਿੰਦੇ ਹੁਣ ਇੱਥੇ ਨੂੰ ਅਸੀਂ ਯੂਜ਼ ਕਰ ਸਕਦੇ ਸੀ ਬੱਚੇ ਸਿੰਪਲੀ ਜੇ ਅਸੀਂ ਫਾਰਮੂਲਾ ਲਗਾਈਏ एक्स स्केयर माइनस 2 स्केयर मतलब ए स्केयर माइनस बी स्केयर इज इक्वल टू की होंगे ए माइनस बी ए प्लस बी अपॉन एक्स माइनस 2। देखो इनू लिख सकते हैं एक्स माइनस 2 उपर ए स्केयर माइनस बी स्केयर का फॉर्मूला लगा लिया, नीचे की लगा लिया सेम आ तो माइनस नाल माइनस कट हो गया। हुण एक्स नू अप्रोच कर दो 2 नू मतलब एक्स की थां ते 2 पुट कर दो, आंसर कितना आ गया 4। देखो जे असीं डायरैक्ट पुट कीता सी सानू आंसर नहीं मिल रहा सी, पर जदों असीं फॉर्मूला अप्लाई कीता बच्चे सानू आंसर मिल गया। हुण तुसीं कहोगे जी फंक्शन च भी कंसैप्ट हो सकदा सी, हाँ जी बच्चे बस एक एग्जाम्पल लई है, इस तो बिना कोई होर इहो जी एग्जाम्पल हो जिथे कोई फॉर्मूला नहीं ओपन हो रहा सी ਤਾਂ ਉੱਥੇ ਅਸੀਂ ਲਿਮਿਟ ਦੇ ਜਿਹੜੇ ਬੇਸਿਕ ਰੂਲ ਦਿੱਤੇ ਹੁੰਦੇ ਨੇ ਅਸੀਂ ਉਹਨਾਂ ਦਾ ਯੂਜ਼ ਕਰਕੇ ਫੰਕਸ਼ਨ ਦੀ ਵੈਲਿਊ ਜਾਂ ਲਿਮਿਟ ਦੀ ਵੈਲਿਊ ਅਸੀਂ ਫਾਈਂਡ ਕਰ ਸਕਦੇ ਹਾਂ ਐਨੀ ਪੁਆਇੰਟ। ਸੋ ਸਾਡੇ ਕੋਲ ਜਿਹੜਾ ਫੰਕਸ਼ਨ ਹੈ ਬੱਚੇ ਉਹ ਤਾਂ ਇੰਪੋਰਟੈਂਟ ਹੈਗਾ ਹੀ ਆ, ਬਟ ਉਸ ਤੋਂ ਅੱਗੇ ਲਿਮਿਟ ਤੇ ਕੰਟੀਨਿਊਟੀ ਵੀ ਇੱਕ ਇੰਪੋਰਟੈਂਟ ਕੰਸੈਪਟ ਬਣਦਾ ਸਾਡਾ ਅੱਗੇ ਸਾਰੀਆਂ ਚੀਜ਼ਾਂ ਨੂੰ ਸਿੱਖਣ ਲਈ, ਡੈਰੀਵੇਟਿਵ ਨੂੰ ਸਿੱਖਣ ਲਈ, ਮਿਨੀਮਮ ਮੈਕਸੀਮਾ ਨੂੰ ਸਿੱਖਣ ਦੇ ਲਈ ਅਪ ਟੂ। ਹੁਣ ਇਹਦੇ ਵਿੱਚ ਅਸੀਂ ਡੈਫੀਨੇਸ਼ਨ ਅਗੇਨ ਕਹੂੰਗੀ, ਡੈਫੀਨੇਸ਼ਨ ਵਗੈਰਾ ਵੱਲ ਮੂਵ ਨਹੀਂ ਕਰਾਂਗੇ, ਉਹਦੀ ਅਲੱਗ ਤੋਂ ਵੀਡੀਓ ਬਣਾ ਲਾਂਗੇ ਕਿ ਇਹਦਾ ਅਪਰੋਚ ਦਾ ਮਤਲਬ ਕੀ ਹੁੰਦਾ ਜੀ, ਲਿਮਿਟ ਦਾ ਮਤਲਬ ਕੀ ਹੁੰਦਾ, ਇਹਦਾ ਮਤਲਬ ਕਿਵੇਂ ਅਸੀਂ ਸਮਝ ਸਕਦੇ ਹਾਂ ਗ੍ਰਾਫਿਕਲੀ ਲਿਮਿਟ ਨੂੰ। ਨੋ ਅਸੀਂ ਸਿਰਫ ਨਿਊਮੈਰੀਕਲਸ 'ਤੇ ਫੋਕਸ ਕਰਨਾ ਕਿ ਜੇ ਇਹਦੇ ਨਿਊਮੈਰੀਕਲਸ ਆ ਗਏ ਤਾਂ ਕਿਵੇਂ ਸੋਲਵ ਹੋਣਗੇ ਫੰਕਸ਼ਨ ਤੇ ਲਿਮਿਟ। ਸਭ ਤੋਂ ਪਹਿਲਾਂ ਰੂਲ ਫਸਟ ਡਿਸਕਸ ਕਰਦੇ ਹਾਂ ਬੱਚੇ, ਕਹਿੰਦੇ ਰੂਲ ਫਸਟ ਕੀ ਆ, ਜੇਕਰ ਲਿਮਿਟ ਐਕਸ ਅਪਰੋਚਿਸ ਟੂ, ਬੱਚੇ ਬੇਸਿਕ ਸਟਰਕਚਰ ਹੁੰਦੇ ਨੇ, ਜੇ ਤੁਹਾਨੂੰ ਕਿਤੇ ਐਗਜ਼ਾਮਪਲ ਦਿੱਤੀ ਹੈ ਅਤੇ ਤੁਹਾਨੂੰ ਇਹਦਾ ਲਿਮਿਟ ਫਾਈਂਡ ਕਰਨ ਨੂੰ ਕਿਹਾ, ਤੁਸੀਂ ਬਸ ਇਹਨਾਂ ਰੂਲਸ ਦੇ ਸਟਰਕਚਰਸ ਨਾਲ ਉਹਨਾਂ ਨੂੰ ਮਿਲਾ ਕੇ ਦੇਖਣਾ, ਜੇ ਤੁਹਾਨੂੰ ਮਿਲਦਾ ਤਾਂ ਅਸੀਂ ਸਿੱਧਾ ਫਾਰਮੂਲਾ ਅਪਲਾਈ ਕਰ ਦਾਂਗੇ। ਜਿਵੇਂ ਫਸਟ ਰੂਲ ਕੀ ਆ, ਕਹਿੰਦਾ ਲਿਮਿਟ ਐਕਸ ਅਪਰੋਚਿਸ ਟੂ ਏ एक्स की पावर n माइनस ए की पावर n अपॉन एक्स माइनस ए। कहते जिथे भी तुहानूं ये स्ट्रक्चर दिखे, इस तरह का स्ट्रक्चर दिखे, इत्थे एक्स बच्चे फिक्स रहेगा, ए की थां ते कोई भी वैल्यू आ सकती है 5 3 2 1 कोई भी न्यूमैरिकल वैल्यू आ सकती है, ए भी रह सकता ई भी रह सकता, उन्होंने दोहां की पावर बट एन सेम होनी चाहिए, नीचे की होना चाहिए एक्स माइनस ए। तो ये उही चीज़ रहेगी जिथे एक्स की अप्रोच करती होएगी लिमिट, जिस पॉइंट नूं लिमिट अप्रोच करती होएगी उही टेक करना। कहते जो भी तुहानूं इहो जिहा स्ट्रक्चर दिखिया तो तुसीं ने बिना कुछ सॉल्व किए सीधा इहदा आंसर असीं लिख सकते हैं की हुंदा जी एन ए की पावर n माइनस 1। सीधा ये कंसैप्ट यूज़ करांगे। कहते जिथे भी सानूं बेसिक स्ट्रक्चर दिख गया, जे नहीं दिख रहा तो यह जिहा स्ट्रक्चर जे बना सकते होवांगे तो बना के बस उत्थे सीधा पुट कर दिया करना एन ए की पावर n माइनस 1। हुण एग्जाम्पल के थ्रू समझते हैं बच्चे कि इनू स्ट्रक्चर नूं असीं ने किवें अप्लाई करना, जे इहदी लोड़ क्यों पई से। मान लो बच्चे सानूं एग्जाम्पल दी हुई है लिमिट एक्स अप्रोचिस टू 2 एक्स की पावर 2 माइनस 4 अपॉन एक्स माइनस 2। ठीक, मैं तुहानूं कहा कि तुसीं मैनूं इहदा आंसर कढ के दो, ਤੁਸੀਂ ਪਹਿਲਾ ਕੰਸੈਪਟ ਕੀ ਯੂਜ਼ ਕਰੋਗੇ, ਕਹਿੰਦੇ ਜਿੱਥੇ ਐਕਸ ਆ ਉੱਥੇ 2 ਪੁੱਟ ਕਰ ਦਿਓ। ਦੇਖੋ ਸਿੱਧਾ ਜੇ ਅਸੀਂ ਸਾਨੂੰ ਨਹੀਂ ਫਾਰਮੂਲਾ ਪਤਾ ਤਾਂ ਅਸੀਂ ਇਹੀ ਜਿਹੇ ਕੰਸੈਪਟ ਯੂਜ਼ ਕਰਾਂਗੇ ਕਿ ਜਿੱਥੇ ਐਕਸ ਆ ਜੀ ਉੱਥੇ 2 ਪੁੱਟ ਕਰ ਦਿਓ। ਤਾਂ 2 ਪੁੱਟ ਕਰਨ ਤੋਂ ਬਾਅਦ ਇਹ ਕੀ ਬਣ ਜਾਏਗਾ ਬੱਚੇ 2 ਦੀ ਸਕੇਅਰ ਮਾਈਨਸ 4 ਅਪੋਨ 2 ਮਾਈਨਸ 2 ਕਿੰਨਾ ਆ ਗਿਆ ਸਾਡੇ ਕੋਲ 4 ਮਾਈਨਸ 4 ਅਪੋਨ 2 ਮਾਈਨਸ 2 0.0। ਬਟ ਅਸੀਂ ਕੀ ਕਿਹਾ ਬੱਚੇ, ਕਹਿੰਦਾ ਲਿਮਿਟ ਤਾਂ ਬਣੀ ਹੀ ਤਾਂ ਜੋ ਅਸੀਂ ਉਹਨਾਂ ਆਨਸਰਸ ਨੂੰ ਵੀ ਫਾਈਂਡ ਕਰ ਸਕੀਏ ਜੋ ਸਾਡੇ ਕੋਲ ਅਨਡਿਫਾਈਨ ਹੋਣ, ਜਿਨ੍ਹਾਂ ਨੂੰ ਇਨਫਿਨਿਟੀ ਆਉਂਦਾ ਹੋਵੇ, ਨਾ ਹੀ ਪਤਾ ਲੱਗ ਰਿਹਾ। ਹੁਣ ਇੱਥੇ 0/0 ਕੀ ਹੋ ਗਿਆ ਸਾਡੇ ਕੋਲ ਅਨਡਿਫਾਈਨਡ ਹੋ ਗਿਆ, ਸਾਨੂੰ ਨਹੀਂ ਪਤਾ। ਜੇਕਰ ਬੱਚੇ ਇਕੱਲੇ ਉੱਪਰ 0 ਆਉਂਦਾ ਹੁੰਦਾ ਕੋਈ ਪ੍ਰੋਬਲਮ ਨਹੀਂ ਸੀ, ਆਨਸਰ 0 ਆ ਜਾਂਦਾ, ਉਹ ਇੱਕ ਫਾਈਨਾਈਟ ਨੰਬਰ ਆ, ਸਾਨੂੰ ਆਨਸਰ ਮਿਲ ਜਾਣਾ ਸੀ 0। ਬਟ ਨੀਚੇ ਜੋ ਡਿਨੋਮੀਨੇਟਰ 'ਚ 0 ਆ ਰਿਹਾ ਨਾ, ਸਾਨੂੰ ਪ੍ਰੋਬਲਮ ਉਹ ਦੇ ਰਿਹਾ। ਤਾਂ ਹੁਣ ਅਸੀਂ ਨੇ ਕੀ ਕਰਨਾ ਬੱਚੇ, ਕਹਿੰਦੇ ਇੱਥੇ ਸਿੱਧਾ ਆਨਸਰ ਨਹੀਂ ਮਿਲਿਆ ਤਾਂ ਲਿਮਿਟ ਕੀ ਕਹਿੰਦੀ ਹੈ, ਕਹਿੰਦੇ ਨਹੀਂ ਅਸੀਂ ਆਪਣਾ ਇੱਕ ਰੂਲ ਦੇਵਾਂਗੇ। ਕਿਹੜਾ ਰੂਲ, ਕਹਿੰਦੇ ਦੇਖੋ ਕੀ ਸਟਰਕਚਰ ਤੁਹਾਡੇ ਕੋਲ ਇਸ ਟਾਈਪ ਦਾ ਹੈਗਾ, ਐਕਸ ਅਪਰੋਚਿਸ ਟੂ ਏ ਐਕਸ ਦੀ ਪਾਵਰ n ਮਾਈਨਸ ਏ ਦੀ ਪਾਵਰ n ਅਪੋਨ ਐਕਸ ਮਾਈਨਸ ਏ। ਕਹਿੰਦੇ ਕੀ ਤੁਹਾਡਾ ਸਟਰਕਚਰ ਇਹਦੇ ਨਾਲ ਕਿਤੇ ਮੇਲ ਖਾ ਰਿਹਾ ਬੱਚੇ। ਦੇਖੋ ਐਕਸ ਅਪਰੋਚ ਕਰ ਰਿਹਾ 2 ਨੂੰ, ਇੱਥੇ ਕੀ ਸੀ ਏ ਨੂੰ, ਹਾਂਜੀ ਏ ਦੀ ਪਲੇਸ 'ਤੇ 2 ਆ। ਹੁਣ ਦੇਖੋ ਬੱਚੇ ਜਿੱਥੇ ਏ ਚਾਹੀਦਾ ਕੀ ਉੱਥੇ ਅਗੇਨ 2 ਹੈਗਾ, ਇੱਥੇ ਹੈਗਾ ਐਕਸ ਦੀ ਪਾਵਰ 2 ਮਾਈਨਸ 4 ਅਸੀਂ ਤਾਂ ਕਿਹਾ ਜੀ ਏ ਦੀ ਪਾਵਰ n ਚਾਹੀਦੀ ਹੈ, ਮਤਲਬ ਕਿ ਜਿਹੜੀ ਜਿੱਥੇ ਅਪਰੋਚ ਕਰੀਏ ਲਿਮਿਟ ਉਹਦੀ ਪਾਵਰ ਸੇਮ ਹੋਣੀ ਚਾਹੀਦੀ ਹੈ ਐਕਸ ਦੀ ਪਾਵਰ। ਕੀ ਅਸੀਂ 4 ਨੂੰ ਲਿਖ ਸਕਦੇ ਹਾਂ ਬੱਚੇ 2 ਦੀ ਪਾਵਰ 2, ਹਾਂਜੀ ਕਿਉਂ ਨਹੀਂ, ਕਿਉਂਕਿ 2 ਦੀ ਪਾਵਰ 2 ਦਾ ਮਤਲਬ ਵੀ ਤਾਂ 4 ਹੀ ਹੁੰਦਾ, ਸੋ ਅਸੀਂ 2 ਦੀ ਪਾਵਰ 2 ਲਿਖ ਸਕਦੇ ਹਾਂ। ਨੀਚੇ ਕੀ ਹੈ ਐਕਸ ਮਾਈਨਸ ਏ ਦਾ ਮਤਲਬ ਜਿੱਥੇ ਐਕਸ ਅਪਰੋਚ ਕਰ ਰਹੀ ਹੈ ਲਿਮਿਟ ਉਹੀ ਲਿਖਣਾ, ਐਕਸ ਮਾਈਨਸ
2। देखो स्ट्रक्चर सेम किहदे नाल दा हो गया, सानू जो फॉर्मूला उहदे नाल दा हो गया। जे फॉर्मूले दे नाल दा हो गया बच्चे, स्ट्रक्चर रूल दे नाल दा हो गया, तो की किहा सी, कहंदे आ सानू करन दी लोड़ नहीं हैगी, डायरैक्ट सबस्टिट्यूशन करन दी लोड़ नहीं, सीधा असीं आंसर पुट करांगे। कहंदा इहदा आंसर की हुंदा n इंटू ए दी पावर n माइनस 1। n दा मतलब जो इन्हां दी पावर चल रही है, पावर कितनी चल रही है 2, 2 इंटू ए दी वैल्यू कितनी है, ए दी बच्चे ए दी वैल्यू कित्थे एक्स अप्रोच कर रहा, 2 नूं अप्रोच कर रहा, तो ए दी वैल्यू कितनी होगी 2, 2 दी पावर n माइनस 1, n कितनी आ 2, 2 माइनस 1 कितना आ गया बच्चे 2 इंटू 2 दी पावर 1 मतलब 2 टू दा 4। आंसर कितना आ गया 4। देखो जे असीं डायरैक्ट करता सी बच्चे, आंसर की आ गया सी 0। इसका मतलब असीं तां कहती लिमिट एग्जिस्ट नहीं करती, बट नहीं, कहते रूल के अकॉर्डिंग जो असीं इहनूं देखिया, जिहड़ी लिमिट ने सानूं रूल दिते आ, तो आंसर की आ गया कि फाइनाइट नंबर आ गया 4 आ गया। नहीं क्लीयर होया, नो डोंट वरी, अगे एग्जाम्पल होर करते हैं, फिर उहदे नाल सानूं होर क्लीयर हो जाएगा। मान लो बच्चे सानूं दिता होया लिमिट एक्स अप्रोचिज टू 3, एक्स दी पावर 3 माइनस 27 अपॉन एक्स माइनस 3। तुहानूं कहा कि इहदी लिमिट फाइंड करो, तुसीं की करोगे जी, पहला असीं एक्स दी थां ते सीधा की पुट कर दो 3, एक्स दी थां ते 3 पुट कीता, इत्थे आ गया 3 दी पावर 3 मतलब कि 3 वन दा 3 3 दा 9, 9 3 दा 27, 27 माइनस 27 0, नीचे भी की बन रहा 0। अगेन बच्चे साडे कोल तां अनडिफाइन हो गया, डिफाइन ही नहीं हो रहा, 0 बाय 0 फॉर्म बन गई। पर लिमिट की कहती नहीं, पहले उदों तक कोशिश करो जब तक साडे कोल रूल्स है गया। तो रूल की कह रहा बच्चे एक्स दी पावर n माइनस ए दी पावर n अपॉन एक्स माइनस ए, की यह स्ट्रक्चर है। एक्स माइनस 3 नीचे पिया, अप्रोच भी किनू कर रही है लिमिट 3 नू, इसका मतलब बच्चे ए तो कितने कॉमन है गया। बट 27 नू देखो, की असी 27 नू 3 दी पावर दे विच लिख सकते हैं, 3 दी पावर च लिख सकते हैं, हाँ जी किमें लिख सकते हैं, एक्स दी पावर 3 माइनस 3 दी पावर 3 अपॉन एक्स माइनस 3, क्योंकि बच्चे 3 नू 3 टाइम मल्टीप्लाई करोगे आंसर कितना आ जाएगा 27। सो हाँ जी ये स्ट्रक्चर च असीं इहनूं लिख सकते सी। हुण फिर मैच करो, एक्स अप्रोचिज टू ए, इसका मतलब 3 आ गया ए दी थां ते, एक्स दी पावर n कोई भी नंबर हो सकता सी, इस टाइम नंबर की है साडे कोल हो 3, माइनस एक्स दी पावर 3 माइनस 3 दी पावर 3 अपॉन एक्स माइनस 3। आंसर की आना बच्चे n इंटू ए दी पावर n माइनस 1 मतलब n दी थां ते की आएगा 3 इंटू ए दी थां ते कितना 3 इंटू n माइन यदी पावर की आ 3 माइनस 1 कितना आ गया बच्चे 3 इंटू 3 दी पावर 2, 3 2 नू तो 2 टाइम मल्टीप्लाई की 9, 9 3 का कितना आ गया 27। सो आंसर कितना आ गया साढ़े कोल 27। इस तरह असीं सम बच्चे सॉल्व कर सकते हैं, बस सानू स्ट्रक्चर याद रखना कि ये स्ट्रक्चर साढ़े कोल इस रूल के नाल मैच कर रहा, नहीं कर रहा तो की असीं उहनूं मैच करा सकते हैं, उहनूं ड्राइव कर सकते हैं, उत्थे तक ले जा सकते हैं कि रूल नूं मैच कर जाए। जेकर हाँ जी तो सीधा असीं की लगा देंगे बच्चे फॉर्मूला लगा देंगे। हुण थोड़ा जिहा ट्रिकी जिहा सम करते हैं। देखो सानू क्या कहना, लिमिट एक्स अप्रोचिज टू 2 फाइंड करो एक्स दी पावर 4 माइनस 16 अपॉन एक्स दी पावर 2 माइनस 4। देखो जे बच्चे सीधा भी कह लिए जिथे एक पावर दे विच होवे ते दूसरे नूं भी असी पावर च बना सकते होइए, उत्थे मेनली यही साडे कोल रूल आ जिहड़ा वो अप्लाई हो जाता। हुण इत्थे तो स्ट्रक्चर च देखिया बच्चे सानू कुछ प्रॉब्लम लग रही है, कहते ऊपर भी पावर है नीचे भी पावर है, बट रूल की कहता नीचे तो एक्स की पावर 1 नहीं होनी चाहिए, मतलब हायर नहीं होनी चाहिए, सिर्फ एक्स माइनस ए होना चाहिए। पहला तो बच्चे नूं असी सिंपलीफाई करांगे कि इनू ओपन कर सकते हैं। देखो हुण थोड़ी जी साडी अप्रोच मैथमैटिक्स दे विच वधिया होनी चाहिए, तां असीं देख सकते हैं कि इत्थे किहड़ा फॉर्मूला अप्लाई हो सकता। सानू सिर्फ मेन वजह असीं 3 याद रखते हुंदे आ कि ए माइनस बी दी होल स्केयर किहदे इक्वल हुंदा, ए प्लस बी दी होल स्केयर किहदे इक्वल हुंदा, जां ए स्केयर माइनस बी स्केयर किहदे इक्वल हुंदा। मोस्ट इंपॉर्टेंट फॉर्मूला जो साडे कोल लिमिट दे विच यूज़ हुंदा, ए स्केयर माइनस बी स्केयर किहदे इक्वल हुंदा, किहदे इक्वल हुंदा ए माइनस बी ए प्लस बी दे इक्वल होंदा, ए माइनस बी ए प्लस बी दे इक्वल होंदा। तो इत्थे देखना कि ये फॉर्मूला अप्लाई हो सकता है। देखो नीचे की है एक्स दी पावर 2, 4 नूं असीं लिख सकते हैं 2 दी पावर 2, हाँ जी क्यों नहीं लिख सकते 2 दी पावर 2। इसका मतलब बच्चे नीचे असीं आ फॉर्मूला बना सकते हैं, ए दी पावर 2 माइनस बी दी पावर 2 इक्वल टू कितने होएगा ए माइनस बी ए प्लस बी दे इक्वल हो जाएगा। ए दी थां ते एक्स पिया ते बी दी थां ते 2 पिया। फिर ऊपर भी तो यही चीज़ बना सकते होवांगे बच्चे। देखो अगेन दोबारा देखते हैं, ऊपर साडे कोल की पिया एक्स दी पावर 4 माइनस 16। पहला सिर्फ ये पावर खोलते हैं बच्चे, एक्स दी पावर 4 नूं मैं लिख सकते हैं 2 दी पावर 2, क्योंकि 2 नूं 2 नाल प्रोडक्ट करोगे 4 ही बन जाएगा, कोई प्रॉब्लम नहीं। 16 नूं बच्चे 16 नूं असीं लिख सकते हैं 4 दी पावर
2 ਜਾਂ ਫਿਰ ਇਹ ਲਿਖ ਸਕਦੇ ਹਾਂ 2 ਦੀ ਪਾਵਰ 4 ਕਿਉਂਕਿ 2 ਨੂੰ 4 ਟਾਈਮ ਪ੍ਰੋਡਕਟ ਕਰੋਗੇ ਕਿੰਨਾ ਆਊਗਾ 16 2 ਟੂ ਦਾ 4 4 ਟੂ ਦਾ 8 8 ਟੂ ਦਾ 16 ਤਾਂ ਇਹਨੂੰ ਅਸੀਂ ਵਿੱਚ ਅਗੇਨ 2 ਦੀ ਪਾਵਰ 2 ਇੰਟੂ 2 ਐਵੇਂ ਲਿਖ ਸਕਦੇ ਹਾਂ 4 ਹੀ ਬਣ ਜਾਏਗੀ ਅਗੇਨ ਬਸ ਇਹਨੂੰ ਸਾਰੇ ਨੂੰ ਏ ਦੀ ਤੌਰ 'ਤੇ ਦੇਖੋ ਬੱਚੇ ਇਹ ਸਾਰਾ ਸਾਡਾ ਬੀ ਪਿਆ ਏ ਦੀ ਪਾਵਰ 2 ਮਾਈਨਸ ਬੀ ਦੀ ਪਾਵਰ 2 ਏ ਸਕੇਅਰ ਮਾਈਨਸ ਬੀ ਸਕੇਅਰ ਕਿਹਦੇ ਇਕੁਅਲ ਹੁੰਦਾ ਏ ਮਾਈਨਸ ਬੀ ਏ ਪਲੱਸ ਬੀ ਇਸ ਦਾ ਮਤਲਬ ਐਕਸ ਸਕੇਅਰ ਮਾਈਨਸ 2 ਸਕੇਅਰ ਐਂਡ ਐਕਸ ਸਕੇਅਰ ਪਲੱਸ 2 ਸਕੇਅਰ ਬੱਚੇ ਇੱਥੇ ਕਨਫਿਊਜ਼ ਨਹੀਂ ਹੋਣਾ ਕਿ ਇਹ ਐਕਸ ਸਕੇਅਰ ਕਿਉਂ ਆ ਗਿਆ ਕਿਉਂਕਿ ਬੱਚੇ ਜਿਹੜੀ ਅੰਦਰ ਟਰਮ ਪਈ ਹੈ ਨਾ ਉਹ ਸਕੇਅਰ 'ਚ ਆ ਬਸ ਉਹ ਸਕੇਅਰ ਅਸੀਂ ਐਜ਼ ਐਨ ਅਲੱਗ ਤੋਂ ਨਹੀਂ ਦੇਖਣੀ ਉਹਨੂੰ ਐਜ਼ ਅ ਟਰਮ ਦੇ ਵਿੱਚ ਕਾਊਂਟ ਕਰਾਂਗੇ ਕਿ ਉਹ ਪੂਰੀ ਦੀ ਪੂਰੀ ਟਰਮ ਬਣ ਰਹੀ ਹੈ ਐਕਸ ਸਕੇਅਰ ਅਤੇ ਆਹ ਪੂਰੀ ਦੀ ਪੂਰੀ ਟਰਮ ਕੀ ਬਣ ਰਹੀ ਆ 2 ਸਕੇਅਰ ਉਹਦੇ ਬਾਹਰ ਜਿਹੜੀ ਸਕੇਅਰ ਪਈ ਆ ਉਹਦੇ ਕਰਕੇ ਸਾਡਾ ਫਾਰਮੂਲਾ ਖੁੱਲ੍ਹਿਆ ਹੁਣ ਨੀਚੇ ਅਸੀਂ ਜੋ ਟਰਮ ਬਣਾਈ ਸੀ ਬੱਚੇ ਉਹ ਕੀ ਸੀ ਐਕਸ ਸਕੇਅਰ ਮਾਈਨਸ 2 ਦੀ ਸਕੇਅਰ ਆ ਤਾਂ ਕੈਂਸਲ ਹੋ ਗਏ ਬਚਿਆ ਕਿ ਐਕਸ ਸਕੇਅਰ ਪਲੱਸ 2 ਸਕੇਅਰ ਅਗੇਨ ਲਿਮਿਟ ਕੀ ਸੀ ਅਪਰੋਚਿਸ ਕਰ ਦਿਓ 2 ਨੂੰ ਤਾਂ 2 ਦੀ ਪਾਵਰ 2 ਪਲੱਸ 2 ਦੀ ਪਾਵਰ 2 ਕਿੰਨਾ ਆ ਜਾਏਗਾ ਉਰੇ ਐਕਸ ਦੀ ਪਲੇਸ 'ਤੇ 2 ਭਰਿਆ 2 ਦੀ ਪਾਵਰ 2 4 ਅਗੇਨ 2 ਦੀ ਪਾਵਰ 2 4 ਪਲੱਸ 4 ਸਾਡੇ ਕੋਲ ਆਨਸਰ ਕਿੰਨਾ ਆ ਗਿਆ ਏ ਸੋ ਜਦੋਂ ਸਾਡੇ ਕੋਲ ਬੱਚੇ ਸਿੱਧਾ ਸਟਰਕਚਰ ਨਹੀਂ ਬਣ ਰਿਹਾ ਤਾਂ ਦੇਖੋ ਕਿ ਉੱਥੇ ਏ ਸਕੇਅਰ ਮਾਈਨਸ ਬੀ ਸਕੇਅਰ ਦਾ ਫਾਰਮੂਲਾ ਤਾਂ ਨਹੀਂ ਲੱਗ ਰਿਹਾ ਉਹਦੇ ਨਾਲ ਸਟਰਕਚਰ ਤਾਂ ਨਹੀਂ ਬਣ ਰਿਹਾ ਕੁਝ ਮਲਟੀਪਲਾਈ ਡਿਵਾਈਡ ਕਰਕੇ ਤਾਂ ਨਹੀਂ ਸਟਰਕਚਰ ਬਣ ਰਿਹਾ ਬਸ ਸਾਡਾ ਮੇਨ ਫੋਕਸ ਕੀ ਹੈ ਜੇ ਸਟਰਕਚਰ ਦੇ ਨਾਲ ਮੈਚ ਹੋ ਰਿਹਾ ਕਿਤੇ ਪਾਵਰ ਵਾਲਾ ਆ ਗਿਆ ਅਤੇ ਇਸ ਸਟਰਕਚਰ ਦੇ ਨਾਲ ਫਸਟ ਰੂਲ ਦੇ ਨਾਲ ਮੈਚ ਹੋ ਰਿਹਾ ਤਾਂ ਸਾਡਾ ਆਨਸਰ ਕੀ ਆ ਜਾਏਗਾ ਐਨ ਏ ਦੀ ਪਾਵਰ ਐਨ ਮਾਈਨਸ 1 ਬੱਚੇ ਬਹੁਤ ਹੀ ਰੇਅਰ ਚਾਂਸ ਹੁੰਦਾ ਜਦੋਂ ਸਾਡੇ ਕੋਲ ਇਹ ਕੋਈ ਵੀ ਰੂਲ ਇਹ 'ਤੇ ਅਪਲਾਈ ਨਾ ਹੁੰਦਾ ਹੋਵੇ ਕਿਤੇ ਲਿਮਿਟ ਐਗਜ਼ਿਸਟ ਨਾ ਕਰਦੀ ਹੋਵੇ ਬਟ ਮੋਸਟਲੀ ਸਾਡੇ ਕੋਲ ਇਹੀ ਹੁੰਦੇ ਨੇ ਕਿ ਲਿਮਿਟ ਦਾ ਕੋਈ ਨਾ ਕੋਈ ਕੰਸੈਪਟ ਸਾਡੇ ਕੋਲ ਕੋਈ ਨਾ ਕੋਈ ਰੂਲ ਉੱਥੇ ਅਪਲਾਈ ਹੋ ਜਾਂਦਾ ਦੇਖੋ ਇਹ ਸੀ ਸਾਡਾ ਫਸਟ ਰੂਲ ਹੁਣ ਦੇਖਦੇ ਹਾਂ ਸੈਕਿੰਡ ਰੂਲ ਕੀ ਕਹਿੰਦਾ ਲਿਮਿਟ ਐਕਸ ਅਪਰੋਚਿਸ ਟੂ 0 ਦੇਖੋ ਹੁਣ ਜੇਕਰ ਸਟਰਕਚਰ ਇਸ ਤਰ੍ਹਾਂ ਦਾ ਹੋਇਆ ਐਕਸ ਦੀ ਏ ਦੀ ਪਾਵਰ ਐਕਸ ਮਾਈਨਸ 1 ਅਪੋਨ ਐਕਸ ਅਤੇ ਐਕਸ ਅਪਰੋਚ ਕਰਦਾ ਹੋਏਗਾ 0 ਨੂੰ ਬੱਚੇ ਐਕਸ ਇੱਥੇ ਹਮੇਸ਼ਾ ਸੇਮ ਰਹੇਗਾ ਉਰੇ ਫਿਕਸ ਰਹੇਗਾ ਐਕਸ 0 ਨੂੰ ਹੀ ਅਪਰੋਚ ਕਰੇਗਾ ਬਟ ਇੱਥੇ ਜਿਹੜਾ ਏ ਆ ਇਹ ਚੇਂਜ ਹੋ ਸਕਦਾ ਇੱਥੇ ਜਿਹੜਾ ਐਕਸ ਆ ਇਹ ਚੇਂਜ ਹੋ ਸਕਦਾ ਮਤਲਬ ਉਰੇ ਕੋਈ ਵੀ ਫੰਕਸ਼ਨ ਆ ਸਕਦਾ ਇਨ ਦਾ ਫਾਰਮ ਆਫ ਐਕਸ ਅਤੇ ਮਾਈਨਸ 1 ਇਹ ਹਮੇਸ਼ਾ ਕੀ ਰਹੇਗਾ ਫਿਕਸ ਰਹੇਗਾ ਸੋ ਇਹਦੀ ਐਗਜ਼ਾਮਪਲਸ ਕਿਵੇਂ ਆਉਣਗੇ ਬੱਚੇ ਜਿਵੇਂ ਕਹਾ 5 ਦੀ ਪਾਵਰ ਐਕਸ ਮਾਈਨਸ 1 ਅਪੋਨ ਐਕਸ ਲਿਮਿਟ ਐਕਸ ਅਪਰੋਚਿਸ ਟੂ 0 ਇਹਦਾ ਆਨਸਰ ਦੱਸੋ ਤਾਂ ਤੁਸੀਂ ਇਹਦੇ ਨਾਲ ਮੈਚ ਕਰੋ ਏ ਦੀ ਥਾਂ 'ਤੇ 5 ਪਿਆ ਕੋਈ ਪ੍ਰੋਬਲਮ ਨਹੀਂ ਉਹਦੀ ਪਾਵਰ ਐਕਸ ਹੈਗੀ ਆ ਹਾਂਜੀ ਮਾਈਨਸ 1 ਹੈਗਾ ਹਾਂਜੀ ਅਪੋਨ ਐਕਸ ਹੈਗਾ ਹਾਂਜੀ ਲਿਮਿਟ ਐਕਸ ਅਪਰੋਚ 0 ਨੂੰ ਕਰ ਰਹੀ ਆ ਹਾਂਜੀ ਤਾਂ ਆਨਸਰ ਕੀ ਆਉਣਾ ਸੀਗਾ ਲੌਗ ਆਫ ਏ ਬੱਚੇ ਏ ਦੀ ਥਾਂ 'ਤੇ ਹੁਣ ਕੀ ਆ 5 ਤਾਂ ਆਨਸਰ ਕਿੰਨਾ ਆਉਣਾ ਸੀਗਾ ਲੌਗ ਆਫ 5 ਆਨਸਰ ਆ ਗਿਆ ਲੌਗ ਆਫ 5 ਹੋਰ ਥੋੜ੍ਹਾ ਜਿਹਾ ਇਹਨੂੰ ਹੋਰ ਉਹ ਬਣਾ ਲੈਣੇ ਇਹ ਸੀਗਾ ਸਾਡਾ ਸਿੰਪਲੀ ਜਦੋਂ ਸਾਨੂੰ ਸਿੱਧੀਆਂ ਤਰ੍ਹਾਂ ਪਤਾ ਹੋਵੇ ਪਰ ਕੁਛ ਹੁੰਦੀਆਂ ਨੇ ਟਰਮਸ ਜਿਹੜੀਆਂ ਸਾਨੂੰ ਪੱਕੀਆਂ ਪਕਾਈਆਂ ਨਹੀਂ ਮਿਲਦੀਆਂ ਸਾਨੂੰ ਪਕਾਉਣੀਆਂ ਪੈਂਦੀਆਂ ਨੇ ਮਤਲਬ ਕਿ ਸਾਨੂੰ ਬਣਾਉਣੀਆਂ ਪੈਂਦੀਆਂ ਨੇ ਜਿਵੇਂ ਹੁਣ ਲਿਖਿਆ ਹੋਇਆ ਲਿਮਿਟ ਐਕਸ ਅਪਰੋਚਿਸ ਟੂ 0 5 ਦੀ ਪਾਵਰ 3x ਮਾਈਨਸ 1 ਅਪੋਨ ਐਕਸ ਇਹ ਦਿੱਤਾ ਬੱਚੇ ਇਹਦੀ ਲਿਮਿਟ ਫਾਈਂਡ ਕਰੋ ਦੇਖੋ ਜੇ ਅਸੀਂ ਸਟਰਕਚਰ ਨਾਲ ਮੈਚ ਕਰੀਏ ਏ ਦੀ ਪਾਵਰ ਐਕਸ ਮਾਈਨਸ 1 ਅਪੋਨ ਐਕਸ ਇਹ ਟਰਮ ਪਈ ਕਹਿੰਦਾ ਸੀਗਾ ਜੇ ਲਿਮਿਟ ਐਕਸ ਅਪਰੋਚ 0 ਨੂੰ ਕਰਨੀ ਚਾਹੀਦੀ ਹੈ ਇਹਦੇ ਨਾਲ ਮੈਚ ਕਰੋ ਏ ਦੀ ਥਾਂ 'ਤੇ 5 ਹੈਗਾ ਕੋਈ ਪ੍ਰੋਬਲਮ ਨਹੀਂ ਐਕਸ ਦੀ ਥਾਂ 'ਤੇ ਨੀਚੇ ਐਕਸ ਹੈਗਾ ਬਟ ਕੀ ਕਹਿ ਰਿਹਾ ਸੀ ਬੱਚੇ ਕਹਿੰਦਾ ਜਿਹੜਾ ਉੱਪਰ ਫੰਕਸ਼ਨ ਹੋਣਾ ਚਾਹੀਦਾ ਉਹੀ ਨੀਚੇ ਹੋਣਾ ਚਾਹੀਦਾ ਬਟ ਉਰੇ ਤਾਂ ਐਕਸ ਉੱਪਰ ਕੀ ਸੀਗਾ 3x ਸੀ ਤਾਂ ਇਹਨਾਂ ਨੂੰ ਸੇਮ ਕਰਨਾ ਪਊਗਾ ਜੇ ਸੇਮ ਹੋਣਗੇ ਤਾਂ ਹੀ ਅੱਗੇ ਸੋਲਵ ਹੋਊਗਾ ਕਮੀ ਕੀ ਹੈ ਬੱਚੇ ਕਹਿੰਦਾ ਇਹਦੇ ਨਾਲ 3 ਲੱਗਿਆ ਹੋਇਆ ਇਹਦੇ ਨਾਲ 3 ਹੈ ਨਹੀਂ ਤਾਂ ਆਪਾਂ ਇਹ ਕਰ ਦਈਏ ਕਿ 5 ਦੀ ਪਾਵਰ 3x ਮਾਈਨਸ 1 ਅਪੋਨ 3x ਮੈਂ ਮਲਟੀਪਲਾਈ ਕਰਤੀ 3 ਨਾਲ ਬਟ ਨਹੀਂ ਉਹ ਕਹਿੰਦੇ ਰੁਕੋ ਤੁਸੀਂ 3 ਨਾਲ ਮਲਟੀਪਲਾਈ ਕਰ ਰਹੇ ਹੋ ਐਵੇਂ ਕਿਵੇਂ ਕਰਤੀ ਤੁਸੀਂ ਟਰਮ ਹੀ ਚੇਂਜ ਕਰਤੀ ਸਾਡੀ ਅਸੀਂ ਕਿਹਾ ਨਹੀਂ ਜੀ ਅਸੀਂ ਟਰਮ ਨਹੀਂ ਚੇਂਜ ਕਰ ਰਹੇ ਜੇ ਅਸੀਂ ਮਲਟੀਪਲਾਈ ਕਰ ਰਹੇ ਹਾਂ ਤਾਂ ਇਹਦੀ ਡਿਵਾਈਡ ਵੀ ਕਰ ਰਹੇ ਹਾਂ ਕਿਉਂਕਿ ਜੇ ਮਲਟੀਪਲਾਈ 'ਤੇ ਡਿਵਾਈਡ ਕਰਾਂਗੇ ਤਾਂ ਹੀ ਕੈਂਸਲ ਹੋ ਕੇ ਉਹੀ ਸਟੇਟਮੈਂਟ ਬਣ ਜੂਗੀ ਤਾਂ ਕਰਕੇ ਅਸੀਂ ਮਲਟੀਪਲਾਈ ਵੀ ਕੀਤਾ 3 ਨਾਲ ਅਤੇ ਡਿਵਾਈਡ ਵੀ ਕੀਤਾ 3 ਨਾਲ ਬੱਚੇ ਜੇ ਹੁਣ ਅਸੀਂ ਆ ਮਲਟੀਪਲਾਈ ਤੋਂ ਬਾਅਦ ਆ ਟਰਮ ਦੇਖੀ ਇਹ ਸਟਰਕਚਰ ਨਾਲ ਮੈਚ ਹੋ ਗਈ ਅਤੇ ਇਹ ਸਟਰਕਚਰ ਆਨਸਰ ਕੀ ਦਿੰਦਾ ਲੌਗ ਆਫ ਏ ਮਤਲਬ ਏ ਦੀ ਥਾਂ 'ਤੇ ਕੀ ਪਿਆ 5 ਅਤੇ ਇਹਦਾ ਆਨਸਰ ਕੀ ਆ ਜਾਣਾ ਸੀ ਲੌਗ 5 ਤਾਂ ਕਹੋਗੇ ਆ 1/3 ਕਿੱਥੇ ਗਿਆ ਅਗੇਨ ਬੱਚੇ ਦੇ ਨਾਲ ਹੀ ਲਿਖ ਦਿਓ ਮਲਟੀਪਲਾਈ 1/3 ਸੀ 3 ਉੱਪਰ ਚਲਾ ਜਾਏਗਾ ਤਾਂ ਆਨਸਰ ਕੀ ਆ ਗਿਆ 3 ਲੌਗ ਆਫ 5 ਸਿੰਪਲ ਅਸੀਂ ਸਟਰਕਚਰ ਨਾਲ ਮੈਚ ਕਰਕੇ ਦੇਖਣਾ ਵਿੱਚ ਜੇ ਸਟਰਕਚਰ ਨਾਲ ਮੈਚ ਹੋ ਰਿਹਾ ਤਾਂ ਸਾਡਾ ਆਨਸਰ ਸਿੱਧਾ ਉਹਦੇ ਨਾਲ ਮੈਚ ਕਰਕੇ ਉਹਦਾ ਆਨਸਰ ਲਿਖ ਦੇਣਾ ਸੋ ਥੋੜ੍ਹੇ ਜਿਹੇ ਰੂਲ ਅਸੀਂ ਨੇ ਯਾਦ ਰੱਖਣੇ ਅਸੀਂ ਸਿਰਫ ਅੱਜ ਰੂਲ ਬੇਸਿਕ ਸਮ ਕਰ ਰਹੇ ਹਾਂ ਵਿੱਚ ਦੇਖੋ ਅੱਗੇ ਥਰਡ ਰੂਲ ਕੀ ਆ ਕਹਿੰਦਾ ਜਦੋਂ ਇਸ ਏ ਦੀ ਥਾਂ 'ਤੇ ਈ ਫਿਕਸ ਹੋ ਜਾਵੇ ਮਤਲਬ ਕੋਈ ਇਹੋ ਜਿਹਾ ਸਮ ਆ ਜਾਵੇ ਈ ਦੀ ਪਾਵਰ ਐਕਸ ਮਾਈਨਸ 1 ਅਪੋਨ ਐਕਸ ਤਾਂ ਇਹਦਾ ਲਿਮਿਟ ਕੁਛ ਨਹੀਂ ਲਿਖਣਾ ਵਜੇ ਆਨਸਰ ਕੀ ਆਊਗਾ 1 ਲਿਮਿਟ ਐਕਸ ਅਪਰੋਚਿਸ ਟੂ 0 ਹੋਣੀ ਚਾਹੀਦੀ ਹੈ ਅਤੇ ਇਹਦਾ ਵਿੱਚ ਇਹੋ ਜਿਹਾ ਸਟਰਕਚਰ ਆਨਸਰ ਕੀ ਆਊਗਾ 1 ਜਿਵੇਂ ਹੁਣ ਕਹਾਂ ਈ ਦੀ ਪਾਵਰ 5x ਮਾਈਨਸ 1 ਅਪੋਨ 5x ਆ ਬੱਚੇ ਤੁਸੀਂ ਬਿਨਾਂ ਦੇਖੇ ਕਹੋਗੇ ਕਿ ਇਹਦਾ ਆਨਸਰ ਸਾਡੇ ਕੋਲ ਕਿੰਨਾ ਆਏਗਾ
1 लिमिट एक्स अप्रोचिज टू सॉल्व करे बिना आंसर की आऊगा 1। पर जे बच्चे इत्थे थोड़ा चेंज कर दा देखो इनू थोड़ा चेंज करिए ई दी पावर 5x माइनस 1 नीचे है बच्चे 1 पावर च नहीं है 1 अपॉन एक्स लिमिट एक्स अप्रोचिज टू 0 ਇਹਦਾ ਆਂਸਰ ਕੱਢੋ। ਤਾਂ ਤੁਸੀਂ ਕਿਹਾ ਕਹਿੰਦੇ ਜੀ ਰੂਲ ਤਾਂ ਉਹੀ ਲੱਗ ਰਿਹਾ ਮੈਨੂੰ e ਦੀ ਪਾਵਰ x ਮਾਈਨਸ 1 ਅਪॉन x ਬਟ ਥੋੜਾ ਜਿਹਾ ਚੇਂਜ ਹੈ ਉੱਪਰ 5x ਆ ਨੀਚੇ ਇਕੱਲਾ x ਆ ਇਸਦਾ ਮਤਲਬ ਇਹਦੀ ਪਾਵਰ ਸੇਮ ਬਣਾਉਣੀ ਪਊ। ਤਾਂ ਬੱਚੇ ਪਾਵਰ ਸੇਮ ਕਦੋਂ ਹੋਊਗੀ ਜਦੋਂ ਇੱਥੇ ਸਾਡੇ ਕੋਲ 5 ਹੈ ਤੇ ਉਰੇ ਵੀ ਕੀ ਹੋਊ 5 ਤੋਂ 5 ਨਾਲ ਮਲਟੀਪਲਾਈ ਕਰਤੀ ਕਹਿੰਦੇ ਨਹੀਂ ਜੇ ਮਲਟੀਪਲਾਈ ਕਰ ਰਹੇ ਹੋ ਤਾਂ ਡਿਵਾਈਡ ਵੀ ਸਾਨੂੰ ਨਾਲ ਕਰਨਾ ਪਊਗਾ 5 ਨਾਲ ਮਲਟੀਪਲਾਈ ਤੇ ਡਿਵਾਈਡ ਕੀਤਾ। ਹੁਣ ਦੇਖੋ ਜਿਹੜਾ ਆਹ ਸਟਰਕਚਰ ਸੀ ਇਹਦੀ ਵੈਲਿਊ ਤਾਂ ਬੱਚੇ ਬਣ ਰਹੀ ਆ 1 ਇਹਦਾ ਤਾਂ ਆਂਸਰ ਸਿੱਧਾ ਫਾਰਮੂਲਾ ਪਿਆ 1 ਆਊਗੀ ਲਿਮਿਟ ਬਟ ਜਿਹੜਾ 1/5 ਸੀਗਾ ਇਹ ਉੱਪਰ ਚਲਿਆ ਜਾਊਗਾ 5 ਤਾਂ ਆਂਸਰ ਕਿੰਨਾ ਆ ਜਾਊਗਾ 5 ਕਿਉਂਕਿ ਹੁਣ ਉਹ 5 ਜਿਹੜਾ ਸੀ ਐਕਸਟਰਾ ਰੱਖਿਆ ਹੋਇਆ ਨਾ ਉਹਦੇ ਕਰਕੇ ਸਾਡਾ ਆਂਸਰ ਚੇਂਜ ਹੋ ਜਾਂਦਾ ਤਾਂ ਕਰਕੇ ਸਾਡਾ ਆਂਸਰ ਕਿੰਨਾ ਆ ਗਿਆ 5 ਨਹੀਂ ਜੇਕਰ ਸਿੰਪਲੀ ਪਿਆ ਹੁੰਦਾ e ਦੀ ਪਾਵਰ 5x ਮਾਈਨਸ 1 ਅਪॉन 5x ਤਾਂ ਆਂਸਰ ਕਿੰਨਾ ਆ ਜਾਣਾ ਸੀਗਾ ਸਾਡੇ ਕੋਲ 1। ਅੱਗੇ ਬੱਚੇ ਨੈਕਸਟ ਰੂਲ ਆ 4th ਰੂਲ ਲਿਮਿਟ एक्स अप्रोचिज देखो हूँ जो स्ट्रक्चर इस तरह का हो लिमिट एक्स अप्रोचिज टू 0 1 प्लस एक्स की पावर 1 अपॉन एक्स जो एक्स उरे आ ਉਹੀ पावर च पई आ तो आंसर ਇਹਦਾ हमेशा की होएगा ई जिवें बच्चे एग्जाम्पल देती कहते एक्स अप्रोचिज टू 0 आया तुहाडे कोल 4 प्लस 1 प्लस 4x ਇਹਦੀ पावर कितना कड्डो 1 अपॉन 4x तो तुसीं ਇਹਦਾ आंसर कड्ढना कहोगे है कितना कन्फ्यूजन है कितनी पावर असी सॉल्व करिए नहीं बस आंसर देखो स्ट्रक्चर 1 प्लस एक्स 1 प्लस 4x ओदी पावर सेम होनी चाहिए उरे जो 4x ओदी पावर च भी 4x है हाँ जी तो आंसर बिना देखे साडा आंसर क्या होगा ई। हुण थोड़ा जिहा चेंज करते हैं कहते जेकर इत्थे अंदर दा 4x हुंदा बट बाहर बचे कल्ला x हुंदा जिवें 1 प्लस 4x दी पावर कल्ला 1 अपॉन एक्स आ लिमिट एक्स अप्रोच कर दिया 0 ਨੂੰ फाइंड करो तो तुसीं क्या कहते स्ट्रक्चर थोड़ा जाणिया पछाणिया बट उरे तो 4x आ उरे कल्ला x आ असीं तां वो पढ़िया जिहदे विच दोहे एक्स सेम होण तो बच्चे सेम करनियां पैणगीਆਂ जे अंदर 4 आ तो इहनूं 4 नाल मल्टीप्लाई कर दो बट हुण जे मल्टीप्लाई कर रहे हैं तो कुछ डिवाइड उपर भी जाएगा तो उपर भी की जाऊगा 4 क्योंकि जे बच्चे उपर लिखांगे तां ही 4 नाल 4 कट करके वही टर्म दोबारा बन जूगी। सो आ जिहड़ा अंदर रह गया बच्चे आ सारा ये तो फिर अगे इन स्ट्रक्चर नाल मिल गया तो यदा रूल की कहते इसकी वैल्यू क्या होगी ई बट जो एक्सट्रा 4 सी तो अजे भी उत्थे मल्टीप्लाई च पिया तो ई दी पावर कितना आ जाऊगा 4 ये साडा की हो जाएगा आंसर। सिमिलर ही ये नाल दे करने बच्चे नैक्सट वीडियो च अगे रूल करांगे थोड़े टिपिकल जो रैशनलाइज होणगे लैफ्ट लिमिट होगी राइट लिमिट होगी लिमिट का कंसैप्ट भी देखांगे ये थोड़ा असीं कह सकते हैं ईजी सीगा बच्चे साडे कोल बस रूल बेस्ड क्वेश्चन सीगे जे स्ट्रक्चर मिल रहा तो उहदा असीं आंसर फाइंड कर सकते हैं। थैंक यू फॉर वॉचिंग।